हेलो एवरीवन। ਹੁਣ ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ ਦੀ, ਜਿਹਦੇ ਵਿੱਚ ਆਪਾਂ ਆਪਣੀ 4th ਯੂਨਿਟ ਹੈ ਜਿਹੜੀ ਸਟਾਰਟ ਕਰ ਚੁੱਕੇ ਹਾਂ। ਤੇ ਆਪਾਂ ਪਿਛਲੇ ਲੈਕਚਰ ਵਿੱਚ ਜੋ ਆਪਣਾ ਟੌਪਿਕ ਸਟਾਰਟ ਕੀਤਾ ਸੀ ਉਹ ਸੀ ਆਡੀਓ ਵਿਜ਼ੂਅਲ ਏਡਸ ਨੂੰ ਲੈ ਕੇ, ਕਿ ਜਿਹੜੀਆਂ ਦੇਖਣ ਸੁਣਨ ਦੀਆਂ ਸਮੱਗਰੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਕਿ ਸਾਡੀਆਂ ਅਧਿਆਪਨ ਸਹਾਇਕ ਸਮੱਗਰੀਆਂ ਵੀ ਕਹਿੰਦੇ ਹਾਂ। ਤਾਂ ਉਹਦੇ ਵਿੱਚ ਆਪਾਂ ਆਪਣਾ ਮੀਨਿੰਗ ਕਲੀਅਰ ਕੀਤਾ ਸੀਗਾ ਕਿ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਹੁੰਦੀਆਂ ਨੇ ਟੀਚਿੰਗ ਲਈ ਉਹ ਕੀ ਹੁੰਦੀਆਂ ਨੇ, ਕਿ ਜਿਹੜੀਆਂ ਉਹਨਾਂ ਦੀ ਨੀਡ ਤੇ ਇੰਪੋਰਟੈਂਸ ਹੈ ਔਰ ਕਿਵੇਂ ਅਸੀਂ ਉਹਨੂੰ ਕਲਾਸੀਫਾਈ ਕਰ ਸਕਦੇ ਹਾਂ ਕਿ ਉਹਦੇ ਕਾਇੰਡਸ ਕੀ ਨੇ, ਕਿਹੜੇ ਕਿਹੜੇ ਉਹਦੇ ਪ੍ਰਕਾਰ ਨੇ। ਤੇ ਆਪਾਂ ਇਹ ਸਭ ਪਿਛਲੇ ਲੈਕਚਰ ਵਿੱਚ ਕਰ ਚੁੱਕੇ ਹਾਂ। ਤਾਂ ਜਿਹੜਾ ਹੁਣ ਅੱਜ ਦਾ ਸਾਡਾ ਟੌਪਿਕ ਰਹੇਗਾ, ਜਿਹੜਾ ਅੱਜ ਦਾ ਸਾਡਾ ਵਿਚਾਰ ਕਰਨ ਦਾ ਮੁੱਦਾ ਰਹੇਗਾ, ਉਹ ਹੈਗਾ ਪ੍ਰੋਪਰ ਯੂਜ਼ ਆਫ ਆਡੀਓ ਵਿਜ਼ੂਅਲ ਏਡਸ ਇਨ ਟੀਚਿੰਗ ਆਫ ਪੰਜਾਬੀ। ਕਿ ਜਦੋਂ ਪੰਜਾਬੀ ਸਿੱਖਿਆ ਜਾਂ ਫਿਰ ਪੰਜਾਬੀ ਅਧਿਆਪਨ ਚੱਲ ਰਿਹਾ ਹੁੰਦਾ ਗਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਦੇਖਣ ਸੁਣਨ ਸਹਾਇਕ ਸਮੱਗਰੀਆਂ ਹੁੰਦੀਆਂ ਨੇ ਉਹਦਾ ਅਸੀਂ ਕਿਵੇਂ ਸਹੀ ਤਰੀਕੇ ਨਾਲ ਜਿਹੜੀ ਵਰਤੋਂ ਕਰ ਸਕਦੇ ਹਾਂ ਜਾਂ ਕਿਵੇਂ ਅਸੀਂ ਯੋਗ ਤਰੀਕੇ ਨਾਲ ਉਹਦੀ ਵਰਤੋਂ ਕਰਨੀ ਹੈ, ਕਿਹੜੀਆਂ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੈ ਕਿ ਜਿਹੜੇ ਅਸੀਂ ਆਪਦੀਆਂ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੂੰ ਉਹਨੂੰ ਇੱਕ ਚੰਗੇ ਤਰੀਕੇ ਨਾਲ ਅਸੀਂ ਆਪਦੇ ਅਧਿਆਪਨ ਵਿੱਚ ਵਰਤੋਂ ਕਰਕੇ ਉਹਨਾਂ ਦੀ ਤੇ ਸਾਡੇ ਅਧਿਆਪਨ ਨੂੰ ਜਿਹੜਾ ਇੱਕ ਪ੍ਰਭਾਵਸ਼ਾਲੀ ਬਣਾ ਸਕੀਏ। ਦੇਖੋ ਸਾਨੂੰ ਪਤਾ ਸਭ ਨੂੰ ਪਤਾ ਹੈ ਕਿ ਜਿਹੜੀਆਂ ਦੇਖਣ ਸੁਣਨ ਸਮੱਗਰੀਆਂ ਨੇ ਉਹ ਸਾਡੇ ਜਿਹੜਾ ਅਧਿਆਪਨ ਕਾਰਜ ਹੈ ਜਾਂ ਫਿਰ ਸਾਡੀ ਸਿੱਖਿਆ ਪ੍ਰਕਿਰਿਆ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਜਿਹੜਾ ਮਹੱਤਵਪੂਰਨ ਆਪਦਾ ਥਾਂ ਰੱਖਦੀਆਂ ਨੇ, ਇੱਕ ਬਹੁਤ ਹੀ ਨਿਵੇਕਲੀ ਭੂਮਿਕਾ ਜਿਹੜੀ ਉਹ ਅਦਾ ਕਰਦੀਆਂ ਨੇ ਸਾਡੇ ਜਿਹੜੀ ਸਿੱਖਿਆ ਪ੍ਰਕਿਰਿਆ ਉਸਨੂੰ ਪ੍ਰਭਾਵੀ ਬਣਾਉਣ ਵਿੱਚ। ਇਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਪਾਠ ਨੂੰ ਦਿਲਚਸਪ ਤੇ ਰੋਚਕ ਬਣਾ ਸਕਦੇ ਹਾਂ। ਸਾਡੇ ਜਿਹੜੇ ਵਿਦਿਆਰਥੀ ਹੈ ਜੋ ਸੁਣ ਰਹੇ ਆ ਉਹਨਾਂ ਨੂੰ ਇਹਦੇ ਵਿੱਚ ਆਪਾਂ ਦਿਲਚਸਪੀ ਦਿਵਾ ਸਕਦੇ ਹਾਂ, ਉਹਨਾਂ ਦਾ ਜਿਹੜਾ ਖਿੱਚ ਦਾ ਕੇਂਦਰ ਇਹ ਚੀਜ਼ਾਂ ਨਾਲ ਪਾਠ ਨੂੰ ਬਣਾਇਆ ਜਾ ਸਕਦਾ ਹੈ। ਇਸ ਨਾਲ ਪਾਠ ਬਹੁਤ ਜਿਹੜੇ ਪਾਠ ਦੇ ਉਦੇਸ਼ ਨੇ, ਜਿਸ ਪਰਪਸ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਪਾਠ ਉਹ ਪੜ੍ਹਾਉਣ ਜਾ ਰਹੇ ਹਾਂ ਉਹ ਉਦੇਸ਼ ਜਿਹੜੇ ਉਹ ਬੜੀ ਹੀ ਆਸਾਨੀ ਨਾਲ ਜਿਹੜੇ ਪੂਰੇ ਨੇ ਉਹ ਕੀਤੇ ਜਾ ਸਕਦੇ ਹਨ। ਪਰੰਤੂ ਇਹਨਾਂ ਦੁਆਰਾ ਹੋਰ ਅਗਰ ਆਪਾਂ ਵਧੀਆ ਨਤੀਜੇ ਹਾਸਲ ਕਰਨ ਦੀ ਮੰਗ ਰੱਖਦੇ ਹਾਂ ਜਾਂ ਸਾਡਾ ਅਸੀਂ ਚਾਹੁੰਦੇ ਹਾਂ ਕਿ ਹੋਰ ਵਧੀਆ ਜਿਹੜੇ ਤਰੀਕੇ ਨੇ ਉਹ ਹਾਸਿਲ ਕੀਤੇ ਜਾ ਸਕਦੇ ਹਨ, ਵਧੀਆ ਨਤੀਜੇ ਜਿਹੜੇ ਹਾਸਲ ਕੀਤੇ ਜਾ ਸਕਦੇ ਨੇ, ਉਹਦੇ ਲਈ ਸਾਨੂੰ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ, ਜਿਹੜੀਆਂ ਦੇਖਣ ਸੁਣਨ ਸੰਬੰਧੀ ਸਮੱਗਰੀਆਂ ਨੇ ਉਹਨੂੰ ਸਾਨੂੰ ਵਰਤਣ ਦਾ ਜਿਹੜਾ ਤਰੀਕਾ ਆਉਣਾ ਚਾਹੀਦਾ ਗਾ, ਪ੍ਰੋਪਰ ਜਿਹੜਾ ਯੂਜ਼ ਹੈ ਪ੍ਰੋਪਰ ਯੂਜ਼ ਆਫ ਆਡੀਓ ਵਿਜ਼ੂਅਲ ਏਡ ਦਾ ਉਹ ਸਾਨੂੰ ਆਉਣਾ ਚਾਹੀਦਾ ਗਾ। ਕਿਉਂਕਿ ਜੇਕਰ ਆਪਾਂ ਜਿਹੜਾ ਦੇਖਣ ਸੁਣਨ ਸਮੱਗਰੀ ਯੂਜ਼ ਕਰਦੇ ਹਾਂ ਤਾਂ ਜ਼ਿਆਦਾਤਰ ਜਿਹੜੀਆਂ ਸਮੱਗਰੀਆਂ ਹੁੰਦੀਆਂ ਨੇ ਕਈ ਵਾਰ ਉਹ ਟੌਪਿਕ ਨਾਲ ਰਿਲੇਟ ਘੱਟ ਹੁੰਦੀਆਂ ਨੇ, ਤਾਂ ਸਾਨੂੰ ਉਹਦੀ ਜਿਹੜੀ ਚੋਣ ਸੰਬੰਧੀ ਚੋਣ ਸੰਬੰਧੀ ਖਾਸ ਧਿਆਨ ਰੱਖਣਾ ਪੈਂਦਾ ਗਾ ਸਾਨੂੰ। ਜੇ ਤਾਂ ਜੋ ਚੀਜ਼ ਅਸੀਂ ਬੱਚੇ ਨੂੰ ਕਰਵਾ ਰਹੇ ਹਾਂ ਉਹ ਸਹਾਇਕ ਸਮੱਗਰੀ ਉਹਦੇ ਉੱਪਰ ਪੂਰੀ ਜਿਹੜੀ ਆਖਰੀ ਤਰੀਕੇ ਨਾਲ ਢੁੱਕਦੀ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਜਿਹੜਾ ਆਪਦੇ ਪਾਠ ਨੂੰ ਦਿਲਚਸਪ ਬਣਾ ਸਕਦੇ ਹਾਂ ਜਾਂ ਜਿਹੜਾ ਪਾਠ ਦੇ ਉਦੇਸ਼ ਨੇ ਉਹ ਬੱਚਿਆਂ ਤੱਕ ਜਿਹੜੇ ਇੱਕ ਵਧੀਆ ਤਰੀਕੇ ਨਾਲ ਪਹੁੰਚਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਥੇ ਜਦੋਂ ਆਪਾਂ ਕਿਹਦਾ ਪ੍ਰੋਪਰ ਯੂਜ਼ ਹੋ ਸਕੇ ਤਾਂ ਕਿਹੜੇ ਜਿਹੜੇ ਸਾਨੂੰ ਗੱਲਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਸਭ ਤੋਂ ਪਹਿਲਾਂ ਆਪਾਂ ਸਿਲੈਕਸ਼ਨ ਦੀ ਗੱਲ ਕਰਦੇ ਹਾਂ, ਮਤਲਬ ਚੋਣ ਦਾ ਸਿਧਾਂਤ ਦੀ ਗੱਲ ਕਰਦੇ ਹਾਂ, ਪ੍ਰਿੰਸੀਪਲ ਆਫ ਸਿਲੈਕਸ਼ਨ ਦੀ, ਚੋਣ ਦਾ ਸਿਧਾਂਤ। ਜਦੋਂ ਅਸੀਂ ਕੋਈ ਵੀ ਆਪਣਾ ਜਿਹੜਾ ਸਹਾਇਕ ਸਮੱਗਰੀ ਹੈ ਉਹ ਚਾਹੇ ਰੇਡੀਓ ਹੈ, ਚਾਹੇ ਟੇਪ ਰਿਕਾਰਡ ਹੈ, ਚਾਹੇ ਟੈਲੀਵਿਜ਼ਨ ਹੈ, ਚਾਹੇ ਉਹ ਆਪਣਾ ਕੋਈ ਮਾਡਲ ਹੈ, ਚਾਹੇ ਕੋਈ ਚਾਰਟ ਹੈ, ਤਾਂ ਸਾਨੂੰ ਉਹਦੀ ਚੋਣ ਕਰਦੇ ਸਮੇਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦਾ ਉਹ ਧਿਆਨ ਰੱਖਣਾ ਚਾਹੀਦਾ ਗਾ। ਇੱਕ ਅਧਿਆਪਕ ਨੂੰ ਸ਼੍ਰੇਣੀ ਵਿੱਚ ਜਾਣ ਸਮੇਂ ਜਿਹੜੀਆਂ ਸਹਾਇਕ ਜਿਹੜੀਆਂ ਸਮੱਗਰੀਆਂ ਨੇ ਆਡੀਓ ਵਿਜ਼ੂਅਲ ਏਡਸ ਨੇ ਜਿਹੜੀ ਉਹਨਾਂ ਦੀ ਚੋਣ ਬਹੁਤ ਸਾਵਧਾਨੀ ਨਾਲ ਤੇ ਸਿਆਣਪ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹੀ ਸਾਡਾ ਜਿਹੜਾ ਵਧੀਆ ਤਰੀਕਾ ਜਾਂ ਫਿਰ ਇਹੀ ਆਪਣਾ ਇੱਕ ਵਧੀਆ ਰਸਤਾ ਹੈਗਾ ਕਿ ਆਪਾਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਜਿਹੜੇ ਅਰਥਪੂਰਨ ਤੇ ਜਿਹੜੇ ਸਿੱਖਿਆ ਦੇ ਉਦੇਸ਼ ਨੇ ਉਹ ਪੂਰੇ ਕਰ ਸਕੀਏ। ਇਹ ਇੱਕ ਉਪਯੁਕਤ ਸਿੱਖਿਆ ਸਾਧਨ ਉਹ ਵੀ ਹੈ ਜੋ ਅਧਿਆਪਕ ਉਦੇਸ਼ਾਂ ਨਾਲ ਮੇਲ ਖਾਂਦੇ ਹੋਣ ਤੇ ਵਿਦਿਆਰਥੀਆਂ ਦੇ ਵਿਸ਼ੇਸ਼ ਸਮੂਹ ਤੇ ਵਿਸ਼ੇਸ਼ ਗੁਣਾਂ ਦੇ ਅਨੁਕੂਲ ਹੋਣ। ਇਹਦੇ ਲਈ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਜਿਹੜੀਆਂ ਗੱਲਾਂ ਇਸ ਤਰੀਕੇ ਨਾਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਹਾਇਕ ਸਾਧਨ ਦਾ ਕੋਈ ਵਿਸ਼ੇਸ਼ ਸਿੱਖਿਆ ਮੁੱਲ ਹੋਣਾ ਚਾਹੀਦਾ। ਜਿਹੜਾ ਪਹਿਲੀ ਫਸਟ ਪੁਆਇੰਟ ਦੀ ਗੱਲ ਕਰਦੇ ਹਾਂ, ਵਿਸ਼ੇਸ਼ ਸਿੱਖਿਆ ਮੁੱਲ। ਕੋਈ ਵੀ ਜੋ ਆਪਾਂ
सहायक सामग्री के तौर पर जिस भी चीज़ ਨੂੰ जिस भी ऑब्जेक्ट ਨੂੰ चुनना ਆਪਾਂ मॉडल ਨੂੰ चुनना ਆਪਾਂ चार्ट ਨੂੰ चुननागा ਜਾਂ फिर कोई होर ਜਿਹੜੀ सामग्री है वो ਆਪਾਂ क्लास ਵਿੱਚ ਲੈ ਕੇ ਜਾਣੀ ਆ ਪਾਠ ਨੂੰ ਪੜਾਉਂਦੇ ਸਮੇਂ ਤਾਂ ਉਹਦਾ ਕੋਈ ਵਿਸ਼ੇਸ਼ ਜਿਹੜਾ ਸਿੱਖਿਆ ਮੁੱਲ ਹੈ ਉਹ ਹੋਣਾ ਚਾਹੀਦਾ ਹੈਗਾ। ਸਹਾਇਕ ਸਾਧਨ ਦਾ ਕੋਈ ਜਿੰਨਾ ਚਿਰ ਕੋਈ ਵਿਸ਼ੇਸ਼ ਸਿੱਖਿਆ ਮੁੱਲ ਨਹੀਂ ਹੁੰਦਾ ਤਾਂ ਜਿਹੜੇ ਵਿਦਿਆਰਥੀ ਉਹ ਕੁਝ ਨਹੀਂ ਸਿੱਖ ਸਕਦੇ ਕਿਉਂਕਿ ਜਿਹੜੇ ਸਹਾਇਕ ਸਾਮਗਰੀ ਆ ਉਹ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਾਉਣ ਦੇ ਕੰਮ ਆਉਂਦੀ ਹੈ ਤਾਂ ਸਾਨੂੰ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਣਾ ਚਾਹੀਦਾ ਕਿ ਸਿੱਖਿਆ ਦੇ ਖੇਤਰ ਵਿੱਚ ਗਿਆਨ ਨੂੰ ਹੋਰ ਅੱਗੇ ਲਿਜਾਉਣ ਵਾਸਤੇ ਹੋਰ ਵਧਾਉਣ ਵਾਸਤੇ ਜਿਹੜਾ ਟੀਚਿੰਗ ਐਡਸ ਹੈ ਜਿਹੜੀ ਆਡੀਓ ਵਿਜ਼ੂਅਲ ਜਿਸ ਵੀ ਤਰੀਕੇ ਦੀ ਉਹ ਸਹਾਇਕ ਸਾਮਗਰੀ ਹੈ ਉਹ ਗਿਆਨ ਨੂੰ ਅੱਗੇ ਲੈ ਕੇ ਜਾਵੇ ਉਹ ਗਿਆਨ ਨੂੰ ਵਧਾਵੇ ਤਾਂ ਕਿ ਸਿੱਖਿਆ ਦਾ ਜਿਹੜਾ ਵਿਸ਼ੇਸ਼ ਮੁੱਲ ਹੈ ਉਹ ਪੂਰਾ ਹੋ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਦਿਲਚਸਪ ਤੇ ਉਤੇਜਿਤ। ਦਿਲਚਸਪ ਅਤੇ ਉਤੇਜਿਤ ਜਿਹੜੀਆਂ ਵੀ ਟੀਚਿੰਗ ਐਡਸ ਨੇ ਜਿਹੜੀਆਂ ਵੀ ਆਡੀਓ ਵਿਜ਼ੂਅਲ ਏਡਸ ਨੇ ਉਹ ਦਿਲਚਸਪ ਹੋਣੀਆਂ ਚਾਹੀਦੀਆਂ ਨੇ ਉਹ ਉਤੇਜਿਤ ਹੋਣੀਆਂ ਚਾਹੀਦੀਆਂ ਨੇ। ਆਪਾਂ ਗੱਲ ਕਰਦੇ ਆ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ ਉਹਦੇ ਵਿੱਚ ਅਗਰ ਆਪਾਂ ਚਾਰਟ ਦਾ ਯੂਜ਼ ਕਰ ਰਹੇ ਆ ਤਾਂ ਚਾਰਟ ਦੀ ਬਣਾਵਟ ਹੈ ਜਿਹੜਾ ਬਣਾਇਆ ਗਿਆ ਚਾਰਟ ਉਹ ਕਲੀਅਰ ਹੋਣਾ ਚਾਹੀਦਾ ਗਾ ਉਹ ਇੱਕ ਅਟਰੈਕਟਿਵ ਹੋਣਾ ਚਾਹੀਦਾ ਸਾਨੂੰ ਜਿਹੜੇ ਵੀ ਉਦੇਸ਼ ਨੇ ਸਿੱਖਿਆ ਦੇ ਉਹ ਉੱਤੇ ਚਾਰਟ ਦੇ ਰਾਹੀਂ ਪ੍ਰੋਪਰ ਜਿਹੜੇ ਸਮਝ ਆਉਣੇ ਚਾਹੀਦੇ ਨੇ ਤਾਂ ਹੀ ਉਹ ਦਿਲਚਸਪ ਬਣ ਸਕਦਾ ਹੈ ਤੇ ਉਹ ਉਤੇਜਿਤ ਬੱਚਿਆਂ ਨੂੰ ਉਤੇਜਿਤ ਕਰ ਸਕਦਾ ਹੈ ਬੱਚਿਆਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਸਕਦਾ ਹੈ। ਤਾਂ ਕਿਸੇ ਵੀ ਸਹਾਇਕ ਸਾਮਗਰੀ ਦਾ ਚੁਣਾਵ ਕਰਨ ਤੋਂ ਪਹਿਲਾਂ ਸਾਨੂੰ ਦੇਖ ਲੈਣਾ ਚਾਹੀਦਾ ਕਿ ਉਹ ਕਿੰਨਾ ਦਿਲਚਸਪ ਤੇ ਉਤੇਜਿਤ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਅਸਲੀ ਵਸਤੂ ਦੀ ਸੱਚੀ ਠੀਕ ਬਦਲ ਹੋਣੀ ਚਾਹੀਦੀ ਹੈ। ਕਿਸੇ ਵਸਤੂ ਦੀ ਸੱਚੀ ਠੀਕ ਅਤੇ ਅਸਲੀ ਬਦਲ मतलब कि ਉਹ ਜਿਸ ਵੀ ਵਸਤੂ ਬਾਰੇ ਆਪਾਂ ਗੱਲ ਕਰ ਰਹੇ ਹਾਂ अगर ਅਸੀਂ देखो ਉਹਨੂੰ ਪ੍ਰਤੱਖ ਰੂਪ ਵਿੱਚ ਡਾਇਰੈਕਟਲੀ ਕਿਸੇ ਥਾਂ ਨੂੰ ਜਾਂ ਫਿਰ ਕਿਸੇ ਚੀਜ਼ ਨੂੰ ਨਹੀਂ ਕਲਾਸਰੂਮ ਵਿੱਚ ਲਿਆ ਕੇ ਦੱਸ ਸਕਦੇ ਤਾਂ ਅਸੀਂ ਉਹਨੂੰ ਅਪਰਤੱਖ ਰੂਪ ਵਿੱਚ ਇਨਡਾਇਰੈਕਟਲੀ ਅਸੀਂ ਕਿਸੇ ਮਾਡਲ ਦੀ ਸਹਾਇਤਾ ਨਾਲ ਜਾਂ ਕਿਸੇ ਚਾਰਟ ਦੀ ਸਹਾਇਤਾ ਨਾਲ ਅਸੀਂ ਕਿ ਉਸ ਚੀਜ਼ ਨੂੰ ਜਿਹੜਾ ਦੱਸ ਸਕਦੇ ਹਾਂ ਤਾਂ ਕਿਸੇ ਵਸਤੂ ਦੀ ਉਹ ਸੱਚੀ ਠੀਕ ਤੇ ਅਸਲੀ ਬਦਲ ਹੋਣੀ ਚਾਹੀਦੀ ਹੈ। ਜਿਵੇਂ ਆਪਾਂ ਪਿਛਲੇ ਲੈਕਚਰ ਵਿੱਚ ਗੱਲ ਕਰਦੇ ਸੀਗੇ ਕਿ ਜਿਵੇਂ ਆਪਾਂ ਅਗਰ ਤਾਜ ਮਹਿਲ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣੀ ਹੈ ਤਾਂ ਅਸੀਂ ਪ੍ਰਤੱਖ ਰੂਪ ਵਿੱਚ ਇਨਡਾਇਰੈਕਟਲੀ ਬੱਚਿਆਂ ਨੂੰ ਉੱਥੇ ਵਿਜ਼ਿਟ ਨਹੀਂ ਕਰਵਾ ਸਕਦੇ ਜਾਂ ਫਿਰ ਜਿਹੜਾ ਤਾਜ ਮਹਿਲ ਉਸ ਟਾਈਮ ਉਹਦਾ ਆਪਾਂ ਕਲਾਸਰੂਮ ਵਿੱਚ ਨਹੀਂ ਲਿਆ ਸਕਦੇ ਜਦੋਂ ਆਪਾਂ ਕੋਈ ਪਾਠ ਪੜ੍ਹਾ ਰਹੇ ਹੁੰਦੇ ਆ ਤਾਂ ਅਸੀਂ ਉਹਦੀ ਜਿਹੜੀ ਅਸਲੀ ਬਦਲ ਆ ਉਹ ਕਿਸੇ ਮਾਡਲ ਰਾਹੀਂ ਅਸੀਂ ਬੱਚਿਆਂ ਨੂੰ ਜਿਹੜਾ ਤਾਜ ਮਹਿਲ ਦੀ ਜਾਣਕਾਰੀ ਹੈ ਉਹ ਦੇ ਸਕਦੇ ਹਾਂ ਉਸਦੇ ਆਕਾਰ ਪ੍ਰਕਾਰ ਬਾਰੇ ਜਿਹੜਾ ਵੀ ਆਪਾਂ ਇੱਕ ਮਾਡਲ ਰਾਹੀਂ ਦੱਸ ਸਕਦੇ ਹਾਂ। ਤਾਂ ਮਾਡਲ ਦੀ ਖਾਸੀਅਤ ਹੋਣੀ ਚਾਹੀਦੀ ਹੈ ਕਿ ਉਹ ਵਸਤੂ ਦੀ ਸੱਚੀ ਠੀਕ ਤੇ ਅਸਲੀ ਬਦਲ ਜਿਹੜੀ ਉਹ ਬੱਚਿਆਂ ਦੇ ਸਾਹਮਣੇ ਪ੍ਰਸਤੁਤ ਕਰੇ ਮਤਲਬ ਉਹ ਦੇਖਣ ਨੂੰ ਬੱਚਿਆਂ ਨੂੰ ਇਹ ਲੱਗੇ ਕਿ ਸੱਚਮੁੱਚ ਹੀ ਅਸੀਂ ਜਿਹੜਾ ਤਾਜ ਮਹਿਲ ਉਹ ਇੱਥੇ ਦੇਖ ਰਹੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਇਹ ਉਮਰ ਤੇ ਮਾਨਸਿਕ ਪੱਧਰ ਦੇ ਅਨੁਸਾਰ ਹੋਣੀ ਚਾਹੀਦੀ ਹੈ। ਜਿਹੜਾ ਆਪਣਾ ਫੋਰਥ ਪੁਆਇੰਟ ਹੈ ਬੱਚਿਆਂ ਦੀ ਉਮਰ ਅਤੇ ਮਾਨਸਿਕ ਪੱਧਰ ਦੇ ਅਨੁਸਾਰ ਕਿਉਂਕਿ ਜਿੰਨਾ ਚਿਰ ਜਿਹੜੇ ਸਹਾਇਕ ਸਾਮਗਰੀਆਂ ਨੇ ਅਗਰ ਉਹ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋਣਗੀਆਂ ਤਾਂ ਬੱਚਿਆਂ ਨੂੰ ਜਿਹੜਾ ਉਹ ਚੀਜ਼ ਸਮਝ ਨਹੀਂ ਆ ਸਕਦੀ ਤਾਂ ਇਸ ਕਰਕੇ ਉਹਨਾਂ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ ਉਹ ਬੱਚਿਆਂ ਦੇ ਸਾਹਮਣੇ ਜਿਹੜੀਆਂ ਪ੍ਰਸਤੁਤ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਬੱਚੇ ਨੂੰ ਅਸੀਂ ਜੋ ਸਮਝਾਉਣਾ ਚਾਹੁੰਦੇ ਹਾਂ ਉਹ ਠੀਕ ਤਰੀਕੇ ਨਾਲ ਸਮਝਾਇਆ ਜਾ ਸਕੇ ਔਰ ਜਿਹੜੇ ਬੱਚਿਆਂ ਦੀ ਦਿਲਚਸਪੀ ਆ ਅਸੀਂ ਪਾਠ ਕਰਵਾ ਰਹੇ ਹਾਂ ਤਾਂ ਉਹਦੇ ਵੱਲ ਜਿਹੜਾ ਉਹਨਾਂ ਦਾ ਧਿਆਨ ਉਹ ਖਿੱਚ ਸਕੀਏ। ਅਲੱਗ-ਅਲੱਗ ਕਲਾਸਾਂ ਦੇ ਹਿਸਾਬ ਨਾਲ ਤਾਂ ਬੱਚਿਆਂ ਨੂੰ ਜਿਹੜੇ ਆਡੀਓ ਵਿਜ਼ੂਅਲ ਏਡਸ ਦਿਖਾਉਣੀ ਚਾਹੀਦੀ ਹੈ। ਜੇਕਰ ਆਪਾਂ ਗੱਲ ਕਰੀਏ ਬਿਲਕੁਲ ਛੋਟੀਆਂ ਕਲਾਸਾਂ ਦੇ ਬੱਚੇ ਦੀਆਂ ਤਾਂ ਉੱਥੇ ਜਿਹੜੀਆਂ ਆਡੀਓ ਔਰ ਵਿਜ਼ੂਅਲ ਏਡਸ ਨੇ ਜਿਵੇਂ ਆਪਾਂ ਟੀਵੀ ਟੈਲੀਵਿਜ਼ਨ ਹੋ ਗਿਆ ਉਹਦੇ ਥਰੂ ਆਪਾਂ ਬੱਚਿਆਂ ਨੂੰ ਕੋਈ ਸਟੋਰੀ ਜਾਂ ਕਹਾਣੀ ਵਗੈਰਾ ਵਧੀਆ ਕਲੀਅਰ ਤਰੀਕੇ ਨਾਲ ਦਿਖਾ ਸਕਦੇ ਹਾਂ। ਤੇ ਅਗਰ ਆਪਾਂ ਹਾਇਰ ਕਲਾਸਿਸ ਦੀ ਗੱਲ ਕਰੀਏ ਤਾਂ ਆਪਾਂ ਬੱਚਿਆਂ ਨੂੰ
ਚਾਰਟ ਦੀ ਸਹਾਇਤਾ ਨਾਲ ਵੀ ਉਹੀ ਚੀਜ਼ ਜਿਹੜੀ ਉਹ ਕਲੀਅਰ ਕਰ ਸਕਦੇ ਹਾਂ। ਤੇ ਇਸ ਪ੍ਰਕਾਰ ਜਿਹੜੀ ਵੀ ਆਪਾਂ ਦੇਖਣ ਸੁਣਨ ਦੀ ਸਾਮੱਗਰੀ ਕਿਸੇ ਕਲਾਸ ਵਿੱਚ ਵਰਤਣੀ ਹੈ ਤਾਂ ਉਸ ਕਲਾਸ ਦੇ ਬੱਚਿਆਂ ਦੀ ਉਮਰ ਤੇ ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਦਾ ਉਹਦਾ ਖਾਸ ਖਿਆਲ ਰੱਖਣ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਸਿੱਖਿਆ ਦੇ ਉਦੇਸ਼ ਪੂਰਨ ਕਰਨ ਵਾਸਤੇ। ਅੱਗੇ ਆਪਾਂ ਗੱਲ ਕਰਦੇ ਹਾਂ ਸੰਭਾਵੀ ਸਿੱਖਿਆ ਉਦੇਸ਼ਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ। ਸੰਭਾਵੀ ਸਿੱਖਿਆ ਉਦੇਸ਼ਾਂ ਦੀ ਪ੍ਰਾਪਤੀ ਕਿ ਜੋ ਅਸੀਂ ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਪਿੱਛੇ ਕੋਈ ਨਾ ਕੋਈ ਉਦੇਸ਼ ਹੁੰਦੇ ਆ। ਹੁਣ ਅਗਰ ਆਪਾਂ ਪੜ੍ਹ ਰਹੇ ਹਾਂ ਤਾਂ ਸਾਡੇ ਪੜ੍ਹਾਈ ਦੇ ਪਿੱਛੇ ਵੀ ਕੋਈ ਉਦੇਸ਼ ਹੈ। ਹੁਣ ਕੋਈ ਟੀਚਰ ਬੱਚਿਆਂ ਨੂੰ ਪੜ੍ਹਾ ਰਿਹਾ ਤਾਂ ਉਹਦੇ ਪਿੱਛੇ ਵੀ ਉਦੇਸ਼ ਹੈ ਕਿ ਬੱਚਿਆਂ ਨੂੰ ਉਹਨੇ ਕੀ ਕੁਝ ਸਿਖਾਉਣਾ ਹੈ। ਤਾਂ ਉੱਥੇ ਉਹਨੂੰ ਆਪਣੀ ਟੀਚਿੰਗ ਨੂੰ ਜ਼ਿਆਦਾ ਅਟਰੈਕਟਿਵ ਬਣਾਉਣ ਲਈ ਟੀਚਰ ਦੁਆਰਾ ਆਡੀਓ ਵਿਜ਼ੂਅਲ ਏਡ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਹਰ ਇੱਕ ਅਧਿਆਪਕ ਨੂੰ ਉਸੇ ਹੀ ਤਰੀਕੇ ਦੇ ਜਿਹੜੇ ਟੀਚਿੰਗ ਏਡਸ ਨੇ ਉਸੇ ਹੀ ਤਰੀਕੇ ਦੀਆਂ ਜਿਹੜੀਆਂ ਆਡੀਓ ਵਿਜ਼ੂਅਲ ਏਡ ਨੇ ਉਹ ਪੇਸ਼ ਕਰਨੀਆਂ ਚਾਹੀਦੀਆਂ ਨੇ ਜਾਂ ਉਹਨਾਂ ਦੀ ਸਹਾਇਤਾ ਨਾਲ ਪੜ੍ਹਾਉਣਾ ਚਾਹੀਦਾ ਜਿਹਦੇ ਨਾਲ ਕਿ ਸਾਨੂੰ ਜਿਹੜੇ ਸੰਭਾਵੀ ਸਿੱਖਿਆ ਦੇ ਉਦੇਸ਼ ਨੇ ਉਹ ਪੂਰੇ ਹੋ ਸਕਣ। ਕਹਿਣ ਦਾ ਮਤਲਬ ਕਿ ਜੋ ਸਾਡੇ ਉਦੇਸ਼ ਨੇ ਅਸੀਂ ਜਿਸ ਉਦੇਸ਼ ਲਈ ਬੱਚੇ ਨੂੰ ਪਾਠ ਕਰਵਾਉਣਾ ਜਾਂ ਵਿਸ਼ਾ ਵਸਤੂ ਦੀ ਜਿਹੜੀ ਜਾਣਕਾਰੀ ਹੈ ਤੇ ਸਾਡਾ ਉਹ ਜਿਹੜਾ ਉਦੇਸ਼ ਹੈ ਉਹ ਪੂਰਾ ਹੋਣਾ ਚਾਹੀਦਾ ਹੈ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਇਹ ਜਿਹੜੇ ਸਾਧਨ ਨੇ ਉਹ ਸਸਤੇ ਹੋਣੇ ਚਾਹੀਦੇ ਨੇ ਔਰ ਬੱਚਿਆਂ ਦੀ ਜਿਹੜੀ ਪਹੁੰਚ ਦੇ ਹੋਣੇ ਚਾਹੀਦੇ ਨੇ, ਸਸਤੇ ਹੋਣੇ ਚਾਹੀਦੇ ਨੇ। ਜਿਹੜੀਆਂ ਸਾਮੱਗਰੀ ਸਹਾਇਕ ਸਾਮੱਗਰੀ ਜਿਹੜੀ ਉਹ ਸਸਤੀ ਹੋਣੀ ਚਾਹੀਦੀ ਹੈ। ਸਿੱਖਿਆ ਸਹਾਇਕ ਸਾਮੱਗਰੀ ਸਿੱਖਿਆ ਸਹਾਇਕ ਸਾਮੱਗਰੀ ਬਲਕਿ ਦੇਖਣ ਸੁਣਨ ਦੇ ਸਾਧਨ ਜਿਹੜੇ ਦੇਖਣ ਸੁਣਨ ਦੇ ਸਾਧਨ ਸਸਤੇ ਹੋਣੇ ਚਾਹੀਦੇ ਨੇ। ਸਸਤੇ ਹੋਣੇ ਚਾਹੀਦੇ ਹਨ ਕਿਉਂਕਿ ਅਗਰ ਅਸੀਂ ਸਸਤੇ ਸਾਧਨਾਂ ਦੀ ਵਰਤੋਂ ਕਰਦੇ ਹਾਂ ਜਿਹਨੂੰ ਕਿ ਅਸੀਂ ਚੰਗੇ ਤਰੀਕੇ ਨਾਲ ਜਾਂ ਆਸਾਨੀ ਨਾਲ ਅਫੋਰਡ ਕਰ ਸਕਦੇ ਹਾਂ ਤਾਂ ਅਸੀਂ ਇੱਕ ਤੋਂ ਜਿਹੜੇ ਵੱਧ ਨੇ ਉਹ ਸਹਾਇਕ ਸਾਮੱਗਰੀਆਂ ਜਿਹੜੀਆਂ ਸਿੱਖਿਆ ਸਹਾਇਕ ਸਾਮੱਗਰੀਆਂ ਨੇ ਉਹਨਾਂ ਦੀ ਜਿਹੜੀ ਵਰਤੋਂ ਉਹ ਕਰ ਸਕਦੇ ਹਾਂ। ਜੇਕਰ ਅਸੀਂ ਮਹਿੰਗੇ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਇੱਕ ਲਿਮਿਟ ਵਿੱਚ ਰਹਿ ਕੇ ਜਿਹੜੇ ਉਪਕਰਨਾਂ ਦੀ ਵਰਤੋਂ ਉਹ ਕਰ ਸਕਦੇ ਹਾਂ। ਪਰ ਅਸੀਂ ਵਧੀਆ ਤਰੀਕੇ ਨਾਲ ਤੇ ਜ਼ਿਆਦਾ ਤੋਂ ਜ਼ਿਆਦਾ ਅਗਰ ਅਸੀਂ ਏਡਸ ਦੀ ਜਾਂ ਦੇਖਣ ਸੁਣਨ ਸਾਮੱਗਰੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਸਾਨੂੰ ਇਸ ਚੀਜ਼ ਤੇ ਬੜੀ ਗੌਰ ਰੱਖਣੀ ਪੈਂਦੀ ਹੈ ਕਿ ਉਹ ਜਿਹੜੇ ਉਪਕਰਨ ਨੇ ਉਹ ਜ਼ਿਆਦਾ ਮਹਿੰਗੇ ਨਹੀਂ ਹੋਣੇ ਚਾਹੀਦੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਸ ਜਦੋਂ ਵੀ ਪੰਜਾਬੀ ਪੜ੍ਹਾਉਂਦੇ ਸਮੇਂ ਅਧਿਆਪਕ ਨੇ ਇਹ ਜਿਹੜੀਆਂ ਦੇਖਣ ਸੁਣਨ ਦੀਆਂ ਸਾਮੱਗਰੀਆਂ ਨੇ ਉਹ ਪੇਸ਼ ਕਰਨੀਆਂ ਨੇ ਤਾਂ ਉਹਨਾਂ ਨੂੰ ਪੇਸ਼ ਕਰਨ ਲਈ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਆਪਾਂ ਅੱਗੇ ਗੱਲ ਕਰਾਂਗੇ ਤਿਆਰੀ ਤੇ ਪੇਸ਼ਕਾਰੀ ਦਾ ਸਿਧਾਂਤ। ਜਿਹੜਾ ਇਹਦਾ ਸੈਕਿੰਡ ਸਿਧਾਂਤ ਹੈ ਉਹ ਹੈਗਾ ਤਿਆਰੀ ਅਤੇ ਪੇਸ਼ਕਾਰੀ ਦਾ ਸਿਧਾਂਤ। ਕਿਉਂਕਿ ਪੇਸ਼ ਕਰਨ ਤੋਂ ਪਹਿਲਾਂ ਕਲਾਸ ਵਿੱਚ ਜਾ ਕੇ ਟੀਚਿੰਗ ਏਡ ਨਾਲ ਪੜ੍ਹਾਉਣ ਤੋਂ ਪਹਿਲਾਂ ਅਧਿਆਪਕ ਨੂੰ ਟੀਚਿੰਗ ਏਡ ਨਾਲ ਤਿਆਰੀ ਕਰਨੀ ਪੈਂਦੀ ਹੈ ਕਿ ਮੈਂ ਕਿਹੜੀ ਜਿਹੜੀ ਏਡਸ ਆ ਉਹ ਯੂਜ਼ ਕਰਾਂਗੇ ਉੱਥੇ ਕਿਸ ਤਰੀਕੇ ਨਾਲ ਜਿਹੜਾ ਉੱਥੇ ਉਹਦਾ ਯੂਜ਼ ਉਹ ਕੀਤਾ ਜਾ ਸਕਦਾ ਹੈ। ਇਸ ਲਈ ਅਧਿਆਪਕ ਨੂੰ ਜਿਹੜਾ ਪੂਰਨ ਤਿਆਰੀ ਨਾਲ ਕਲਾਸਰੂਮ ਵਿੱਚ ਜਾਣਾ ਚਾਹੀਦਾ ਹੈ ਤਾਂ ਉੱਥੇ ਜਾ ਕੇ ਅਧਿਆਪਕ ਨੂੰ ਕਿਸੇ ਵੀ ਜਿਹੜੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਇਹ ਸਿਧਾਂਤ ਜਿਹੜਾ ਮੰਗ ਕਰਦਾ ਹੈ ਕਿ ਵਿਦਿਆਰਥੀ ਤੇ ਅਧਿਆਪਕ ਸਹਾਇਕ ਸਾਧਨਾਂ ਦਾ ਉਚਿਤ ਉਪਯੋਗ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਇਸ ਲਈ ਕੁਝ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਤਾਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਜਿਹੜੀਆਂ ਗੱਲਾਂ ਦਾ ਇੱਥੇ ਧਿਆਨ ਰੱਖਣਾ ਲਾਜ਼ਮੀ ਬਣਦਾ ਹੈ। ਸਭ ਤੋਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਵਰਤੇ ਜਾਣ ਵਾਲੇ ਸਾਧਨ ਤੇ ਸਮਾਨ ਤੇ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸਮਾਨ ਵਰਤੇ ਜਾਣ ਵਾਲੇ ਸਮਾਨ ਦੇ ਸਾਧਨ ਇਹਦਾ ਆਪਣਾ ਫਸਟ ਪੁਆਇੰਟ ਹੈ। ਵਰਤੇ ਜਾਣ ਵਾਲੇ ਸਮਾਨ
साधन ते प्रक्रिया की जानकारी, साधन ते प्रक्रिया की जानकारी। ਅਸੀਂ ਜੋ ਵੀ ਸਾਧਨ ਵਰਤ ਰਹੇ ਹਾਂ, ਜੋ ਵੀ ਅਸੀਂ ਸਮਾਨ ਵਰਤ ਰਹੇ ਹਾਂ, ਤਾਂ ਉਹਦੇ ਲਈ ਸਾਨੂੰ ਉਹਦੀ ਪ੍ਰਕਿਰਿਆ ਮਤਲਬ ਉਹ ਕਿਵੇਂ ਅਸੀਂ ਯੂਜ਼ ਕਰਨਾ ਹੈ, ਕਿਵੇਂ ਅਸੀਂ ਉਸ ਤੋਂ ਸ਼ੁਰੂਆਤ ਕਰਨੀ ਹੈ, ਉਹਦੀ ਕਿਵੇਂ ਅਸੀਂ ਉਹਨੂੰ ਲੈ ਕੇ ਜਾਣਾ ਹੈ, ਉਹਦੀ ਜਿਹੜੀ ਪੂਰੀ ਜਾਣਕਾਰੀ ਹੈ, ਉਹਦੀ ਜਿਹੜੀ ਪ੍ਰਕਿਰਿਆ ਹੈ ਕਿ ਕਿਵੇਂ ਸਟਾਰਟ ਹੋਣੀ ਹੈ, ਕਿਵੇਂ ਅਸੀਂ ਕਲਾਸ ਵਿੱਚ ਇਹਦੀ ਜਿਹੜੀ ਪੇਸ਼ਕਾਰੀਆਂ ਹੋ ਦੇਣੀਆਂ, ਤਾਂ ਉਹਨਾਂ ਸਾਰੀਆਂ ਦੀ ਜਿਹੜੀ ਜਾਣਕਾਰੀ ਅਧਿਆਪਕ ਨੂੰ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖਣੀ ਚਾਹੀਦੀ ਹੈ, ਤਾਂ ਕਲਾਸ ਵਿੱਚ ਜਾ ਕੇ ਅਧਿਆਪਕ ਨੂੰ ਕਿਸੇ ਤਰੀਕੇ ਦੀ ਜਿਹੜੀ ਸਮੱਸਿਆ ਉਹ ਸਾਹਮਣੇ ਨਾ ਆਵੇ, ਤਾਂ ਉਹ ਪੂਰੇ ਸਹੀ ਵਕਤ ਉੱਤੇ ਸਹੀ ਤਰੀਕੇ ਨਾਲ ਸਾਧਨ ਦੀ ਜਿਹੜੀ ਵਰਤੋਂ ਉਹ ਕਰ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ, ਇਹਦੀ ਯੋਜਨਾ ਤਿਆਰ ਕਰ ਲੈਣੀ ਚਾਹੀਦੀ ਹੈ। ਸਾਧਨ ਵਰਤਣ ਦੀ ਯੋਜਨਾ, ਸਾਧਨ ਵਰਤਣ ਦੀ ਯੋਜਨਾ। ਦੇਖੋ ਜਿਵੇਂ ਇੱਕ ਆਪਾਂ ਲੈਸਨ ਪਲਾਨ ਬਣਾਉਣੇ ਹਾਂ, ਜਿਵੇਂ ਇੱਕ ਆਪਾਂ ਪਾਠ ਦੀ ਆਪਾਂ ਗੱਲ ਕਰਦੇ ਸੀਗੇ ਕਿ ਕਲਾਸ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਪਾਠ ਯੋਜਨਾ ਤਿਆਰ ਕਰਕੇ ਜਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਉਸੇ ਹੀ ਤਰ੍ਹਾਂ ਇੱਕ ਆਪਣੇ ਟੀਚਿੰਗ ਨੂੰ ਇਫੈਕਟਿਵ ਬਣਾਉਣ ਵਾਸਤੇ, ਅਧਿਆਪਕ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਅਧਿਆਪਕ ਨੂੰ ਜਿਹੜਾ ਵੀ ਸਾਧਨ ਉੱਥੇ ਉਹਨੇ ਵਰਤਣਾ, ਜਿਹੜੀ ਵੀ ਉਹਨੇ ਟੀਚਿੰਗ ਏਡ ਦੀ ਵਰਤੋਂ ਕਰਨੀ ਆ, ਉਹ ਚਾਹੇ ਮਾਡਲ ਹੈ, ਚਾਹੇ ਚਾਰਟ ਹੈ, ਚਾਹੇ ਪ੍ਰੋਜੈਕਟਰ ਹੈ, ਤਾਂ ਉਹਦੀ ਜਿਹੜੀ ਪਲਾਨਿੰਗ ਆ ਉਹ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਕਿ ਮੈਂ ਕਿੰਨੇ ਟਾਈਮ ਤੱਕ ਜਿਹੜਾ ਬੱਚਿਆਂ ਨੂੰ ਪੜ੍ਹਾਉਣਾ, ਉਹ ਟੀਚਿੰਗ ਏਡ ਦੀ ਸਹਾਇਤਾ ਨਾਲ ਪੜ੍ਹਾਉਣਾ, ਜਾਂ ਕਿਹੜੀ ਜਿਹੜੀ ਐਡ ਆ ਉਹ ਮੈਂ ਅੱਜ ਲੈ ਕੇ ਜਾਣੀ ਹੈ, ਤਾਂ ਕਿਸ ਤਰੀਕੇ ਨਾਲ ਜਿਹੜੀ ਉਹਦੀ ਪੇਸ਼ਕਾਰੀ ਉਹ ਬੱਚਿਆਂ ਨੂੰ ਕਲਾਸ ਵਿੱਚ ਕਰਨੀ ਹੈ ਉਸਦੀ। ਤਾਂ ਜਿਹੜੇ ਸਾਧਨ, ਜਿਸ ਸਾਧਨ ਦੀ ਵੀ ਵਰਤੋਂ ਕਰਨੀ ਹੈ, ਤਾਂ ਉਸਦੀ ਜਿਹੜੀ ਪੂਰੀ ਪਲਾਨਿੰਗ ਉਹ ਪਹਿਲਾਂ ਹੀ ਕੀਤੀ ਹੋਣੀ ਚਾਹੀਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਸ ਸਾਧਨ ਨੂੰ ਵਰਤਣ ਤੋਂ ਪਹਿਲਾਂ ਉਸ ਸਾਧਨ ਦੇ ਜਿਹੜੀ ਪੱਖ ਦੀ, ਹਰ ਇੱਕ ਪੱਖ ਦੀ ਜਿਹੜੀ ਜਾਣਕਾਰੀ ਆ ਉਹ ਪੂਰੀ ਕਲਾਸ ਦੇ ਬੱਚਿਆਂ ਨੂੰ ਦੇ ਦੇਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਕਿਹੜਾ ਸਾਧਨ ਵਰਤ ਰਹੇ ਹਾਂ, ਉਹ ਸਾਧਨ ਨਾਲ ਸਾਨੂੰ ਕਿਸ ਤਰੀਕੇ ਨਾਲ ਜਿਹੜੀ ਹੈ ਸਹਾਇਤਾ ਹੋ ਸਕਦੀ ਹੈ ਆਪਣਾ ਜਿਹੜਾ ਪਾਠ ਪੂਰੀ ਕਰਨ, ਜਿਹੜੇ ਉਦੇਸ਼ ਨੇ ਉਹਦੇ ਪੂਰੇ ਕਰਨ ਵਾਸਤੇ। ਅੱਗੇ ਆਪਾਂ ਗੱਲ ਕਰਦੇ ਹਾਂ ਸਮੱਗਰੀ ਜਾਂ ਜੰਤਰ ਨੂੰ ਖੋਲ੍ਹਣ ਤੇ ਬੰਦ ਕਰਨ ਦਾ ਜਿਹੜਾ ਢੰਗ ਉਹ ਅਧਿਆਪਕ ਨੂੰ ਆਉਣਾ ਚਾਹੀਦਾ ਹੈ। ਜਿਸ ਵੀ ਸਮੱਗਰੀ ਨੂੰ ਯੂਜ਼ ਕਰਨਾ ਹੈ, ਸਮੱਗਰੀ ਆ जो भी यंत्र यूज करना है, फॉर एग्जाम्पल उन्हें ओवरहेड पर जो वरतों विच लैके आना हैगा, ਜਾਂ ਫਿਰ ਉਹਨੇ ਜਿਹੜਾ ਚਾਰਟ ਉਹ ਵਰਤੋਂ ਵਿੱਚ ਲੈ ਕੇ ਆਉਣਾ ਹੈ, ਤਾਂ ਸਮੱਗਰੀ ਜਾਂ ਯੰਤਰ ਨੂੰ ਖੋਲ੍ਹਣ ਅਤੇ ਬੰਦ ਕਰਨ ਦਾ ਢੰਗ ਪਤਾ ਹੋਣਾ ਚਾਹੀਦਾ ਹੈ। ਬੰਦ ਕਰਨ ਦਾ ਢੰਗ ਪਤਾ ਹੋਣਾ ਚਾਹੀਦਾ ਕਿ ਅਸੀਂ ਉਹਨੂੰ ਸਹੀ ਤਰੀਕੇ ਨਾਲ ਕਿਵੇਂ ਵਿਦਿਆਰਥੀਆਂ ਅੱਗੇ ਖੋਲ ਸਕਦੇ ਹਾਂ, ਉਹਨੂੰ ਕਿਵੇਂ ਆਪਾਂ ਜਿਹੜਾ ਵੀ ਪ੍ਰੋਜੈਕਟਰ ਹੈ ਜਾਂ ਜਿਹੜਾ ਵੀ ਟੀਚਿੰਗ ਐਡ ਉਹਨੂੰ ਕਿਸ ਤਰੀਕੇ ਨਾਲ ਉੱਥੇ ਆਪਾਂ ਜਦੋਂ ਬੱਚਿਆਂ ਨੂੰ ਪੜ੍ਹਾ ਕੇ ਉਹਦੀ ਸਹਾਇਤਾ ਲੈ ਲਈ, ਉਸ ਤੋਂ ਬਾਅਦ ਉਹਨੂੰ ਕਿਵੇਂ ਬੰਦ ਕਰਕੇ ਜਿਹੜਾ ਰੱਖਣਾ ਹੈ, ਸਹੀ ਸਮੇਂ ਉੱਤੇ ਅਸੀਂ ਉਹਦੀ ਜਿਹੜੀ ਯੋਗ ਵਰਤੋਂ ਉਹ ਕਿਵੇਂ ਕਰਨੀ ਹੈ, ਇਸ ਦੀ ਜਿਹੜੀ ਜਾਣਕਾਰੀ ਉਹ ਅਧਿਆਪਕ ਨੂੰ ਪਹਿਲੀ ਹੀ ਹੋਣੀ ਚਾਹੀਦੀ ਹੈ। ਉਹਨੂੰ ਪੇਸ਼ਕਾਰੀ ਦਾ ਜਿਹੜਾ ਸਿਧਾਂਤ ਉਹ ਚੰਗੇ ਤਰੀਕੇ ਨਾਲ ਆਉਣਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬਿਜਲੀ ਦੇ ਵਰਤੋਂ ਹੈ ਉਹਦੀ ਵਰਤੋਂ ਕਰਨ ਵਿੱਚ ਤੇ ਖਾਸ ਸਾਵਧਾਨੀਆਂ ਦੀ ਜ਼ਰੂਰਤ ਹੁੰਦੀ ਹੈ, ਤਾਂ ਹਰ ਇੱਕ ਸਾਵਧਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨੂੰ ਬਿਜਲੀ ਦੇ ਜਿਹੜੇ ਉਪਕਰਨ ਨੇ ਉਹਨਾਂ ਦੀ ਜਿਹੜੀ ਵਰਤੋਂ ਉਹ ਕਰਨੀ ਚਾਹੀਦੀ ਹੈ। ਕਈ ਬਹੁਤ ਸਾਰੇ ਜਿਹੜੇ ਟੀਚਿੰਗ ਏਡਸ ਨੇ ਉਹ ਕੀ ਜਿਵੇਂ ਕਿ ਬਲੈਕ ਬੋਰਡ ਦੇ ਸਾਹਮਣੇ ਲਟਕਾਏ ਜਾਂਦੇ ਨੇ ਜਾਂ ਦੀਵਾਰਾਂ ਉੱਤੇ ਲਟਕਾਏ ਜਾਂਦੇ ਨੇ, ਤਾਂ ਉਹਨੂੰ ਇਸ ਤਰੀਕੇ ਨਾਲ ਲਟਕਾਇਆ ਜਾਣਾ ਚਾਹੀਦਾ ਕਿ ਹਰ ਇੱਕ ਜਿਹੜਾ ਵਿਦਿਆਰਥੀ ਹੈ ਉਹਦੇ ਤੱਕ ਉਸ ਤੇ ਲਿਖੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਜਾਂ ਕੋਈ ਚਿੱਤਰ ਵਗੈਰਾ ਬਣੇ ਹੋਏ ਨੇ, ਤਾਂ ਉਹ ਪ੍ਰੋਪਰ ਵਿੱਚ ਸਾਰੇ ਬੱਚਿਆਂ ਨੂੰ ਦਿਖਣਾ ਚਾਹੀਦਾ ਹੈ। ਸਟਾਰਟਿੰਗ ਵਾਲੇ ਬੱਚੇ ਤੋਂ ਲੈ ਕੇ ਜਿਹੜੇ ਐਂਡ ਤੱਕ ਦਾ ਬੱਚਾ ਹੈ, ਤਾਂ ਕਲਾਸ ਤੱਕ ਵਿੱਚ ਜਿੰਨੇ ਵੀ ਬੱਚੇ ਨੇ ਸਾਰੇ ਬੱਚਿਆਂ ਨੂੰ ਉਸਦੀ ਜਿਹੜੀ ਪਿਕਚਰ ਆ ਉਹ ਕਲੀਅਰ ਆਉਣੀ ਚਾਹੀਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ, ਵਿਦਿਆਰਥੀਆਂ ਨੂੰ ਉਚਿਤ ਮਾਰਗਦਰਸ਼ਨ ਦੇਣਾ ਚਾਹੀਦਾ ਹੈ ਜੋ ਉਹ ਆਪਣੇ ਅਨੁਭਵਾਂ ਦੇ ਦੁਆਰਾ ਸਾਧਨਾਂ ਦੁਆਰਾ ਸਮਝਣ ਤੇ ਮਹੱਤਵਪੂਰਨ ਖੇਤਰਾਂ ਵੱਲ ਪ੍ਰੇਰਿਤ
ਕਰ ਸਕਣ ਤੇ ਲੋੜੀਂਦੀ ਜਿਹੜੀ ਜਾਣਕਾਰੀ ਆ ਉਹ ਲੈ ਸਕਣ। ਵਿਦਿਆਰਥੀਆਂ ਦਾ ਜਿਹੜਾ ਉਚਿਤ ਮਾਰਗਦਰਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਵਿਦਿਆਰਥੀਆਂ ਦਾ उचित मार्गदर्शन, उचित मार्गदर्शन कादे वास्ते होना जरूरी है कि असीं जिहड़े टीचिंग एड्स ने जिहड़े देखण सुणन दी सहायक सामग्रियां नूं असीं किस तरीके नाल पेश करना, किस तरीके नाल जिहड़ी उहदी वरतों ओह शुरू करनी हैगी आ। ਤਾਂ ਇਹ ਕੁਝ ਸੀਗੇ ਜਿਹੜੇ ਆਪਣੀ ਤਿਆਰੀ ਤੇ ਪੇਸ਼ਕਾਰੀ ਦੇ ਸਿਧਾਂਤ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਦੇਖਣ ਸੁਣਨ ਦੇ ਸਾਧਨ ਹਨ, ਜਿਹੜੀਆਂ ਸਾਡੀਆਂ ਆਡੀਓ ਵਿਜ਼ੂਅਲ ਏਡਸ ਨੇ ਸਾਡੀ ਟੀਚਿੰਗ ਨੂੰ ਇਫੈਕਟਿਵ ਕਰਨ ਵਾਸਤੇ, ਉਹਨਾਂ ਦੀ ਵਰਤੋਂ ਕਰਦੇ ਸਮੇਂ ਸਾਨੂੰ ਕੁਝ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹੜੀਆਂ ਆਪਾਂ ਐਕਸਟਰਾ ਜਿਹੜੀਆਂ ਐਡਸ ਨੇ ਜਾਂ ਜਿਹੜੇ ਸਹਾਇਕ ਸਾਮਗਰੀਆਂ ਨੇ ਉਹ ਸਾਡੇ ਜਿਹੜੇ ਲੈਕਚਰ ਦਾ ਇੱਕ ਐਕਸਟਰਾ ਸਾਧਨ ਹੁੰਦੀਆਂ ਨੇ, ਜਿਹਦੇ ਨਾਲ ਕਿ ਅਸੀਂ ਆਪਦੇ ਲੈਕਚਰ ਨੂੰ ਜਾਂ ਆਪਣੇ ਜਿਹੜੇ ਭਾਸ਼ਣ ਨੂੰ ਇੱਕ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਦੂਸਰਿਆਂ ਨੂੰ ਦੱਸ ਸਕਦੇ ਹਾਂ। ਜੋ ਅਸੀਂ ਸਾਡੇ ਉਦੇਸ਼ ਹਨ ਉਹਨਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਪੂਰਾ ਕਰ ਸਕਦੇ ਹਾਂ। ਤਾਂ ਸਾਨੂੰ ਕੋਈ ਵੀ ਟੀਚਿੰਗ ਏਡ ਹੈ ਜਿਹੜੀ, ਕੋਈ ਵੀ ਆਡੀਓ ਵਿਜ਼ੂਅਲ ਐਡ ਦਾ ਟੀਚਿੰਗ ਲਈ ਉਹਦੀ ਵਰਤੋਂ ਕਰਨ ਸਮੇਂ ਸਾਨੂੰ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਉਹਦੀ ਵਰਤੋਂ ਕਰਨੀ ਚਾਹੀਦੀ ਆ। ਤਾਂ ਪਹਿਲੀ ਗੱਲ ਕੀ ਹੋਣੀ ਚਾਹੀਦੀ ਹੈ? ਪਹਿਲੀ ਗੱਲ ਹੈ ਦੇਖਣ ਸੁਣਨ ਦੇ ਸਾਧਨਾਂ ਦਾ ਪ੍ਰਯੋਗ ਅਧਿਆਪਕ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਅਧਿਆਪਕ ਦੇ ਅਧਿਆਪਨ ਵਿੱਚ ਇੱਕ ਬਹੁਤ ਜਿਹੜੀ ਵਧੀਆ ਭੂਮਿਕਾ ਅਦਾ ਕਰਦਾ ਹੈ। ਕਈ ਅਧਿਆਪਕ ਸਹਾਇਕ ਸਾਮਗਰੀ ਨੂੰ ਅਧਿਆਪਨ ਤੋਂ ਇੱਕ ਵੱਖਰਾ ਅੰਗ ਸਮਝਦੇ ਆ। ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਜਿਹੜਾ ਟੀਚਿੰਗ ਏਡਸ ਨੇ, ਜਿਹੜੀਆਂ ਸਾਡੀਆਂ ਦੇਖਣ ਸੁਣਨ ਦੇ ਜਿਹੜੇ ਸਾਧਨ ਨੇ, ਸਾਮਗਰੀ ਹੈ, ਉਹ ਸਾਡੇ ਅਧਿਆਪਨ ਦਾ ਹੀ ਇੱਕ ਪਾਰਟ ਹੁੰਦੀਆਂ ਨੇ। ਸਾਡੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਉਹ ਕੰਮ ਆਉਂਦੀਆਂ ਨੇ। ਤਾਂ ਅਗਲੀ ਗੱਲ ਹੁੰਦੀ ਹੈ ਜਿਹੜੀ ਉਹ ਹੈ, ਸਹਾਇਕ ਸਾਧਨ ਆਪਣੇ ਆਪ ਵਿੱਚ ਕੋਈ ਉਦੇਸ਼ ਨਹੀਂ ਹੁੰਦੇ। ਉਹਨਾਂ ਦਾ ਜਿਹੜਾ ਉਹ ਆਪ ਇੱਕ ਉਦੇਸ਼ ਨਹੀਂ ਹੈ, ਬਲਕਿ ਅਧਿਆਪਨ ਜਿਹੜੀ ਸਾਮਗਰੀ ਦਾ, ਜਿਹੜੀ ਸਹਾਇਕ ਸਾਮਗਰੀ ਹੁੰਦੀ ਹੈ, ਉਹਦਾ ਪ੍ਰਯੋਗ ਸਿਰਫ ਇੱਕ ਵਧੀਆ ਤਰੀਕੇ ਨਾਲ ਆਪਣੇ ਲੈਕਚਰ ਨੂੰ ਪੇਸ਼ ਕਰਨਾ ਹੈ, ਇੱਕ ਵਧੀਆ ਤਰੀਕੇ ਨਾਲ ਜਿਹੜਾ ਬੱਚਿਆਂ ਨੂੰ ਸਮਝਾਉਣਾ ਹੈ, ਔਰ ਇੱਕ ਜਿਹੜਾ ਬੱਚਿਆਂ ਦੀ ਰੁਚੀ ਹੈ ਔਰ ਬੱਚਿਆਂ ਦੀ ਜਿਹੜੀ ਦਿਲਚਸਪੀ ਉਹ ਪਾਠ ਵੱਲ ਕਰਨ ਲਈ ਅਸੀਂ ਉਹਨੂੰ ਸਹਾਇਕ ਸਾਮਗਰੀ ਦੀ ਥਾਂ ਤੇ ਵਰਤਦੇ ਹਾਂ, ਨਾ ਕਿ ਉਹ ਇੱਕ ਉਦੇਸ਼ ਹੁੰਦਾ ਹੈ ਆਪਣੇ ਆਪ ਵਿੱਚ। ਤੀਸਰੀ ਗੱਲ ਆਉਂਦੀ ਹੈ, ਸਹਾਇਕ ਸਾਮਗਰੀ ਦਾ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਆਪਣੇ ਸਮੇਂ ਦੀ ਬਚਤ ਕਰਨ ਵਾਸਤੇ ਕਰਨੀ ਚਾਹੀਦੀ ਹੈ, ਜਾਂ ਫਿਰ ਕਿਸੇ ਮੁਸ਼ਕਿਲ ਵਿਸ਼ੇ ਨੂੰ ਅਸੀਂ ਆਸਾਨੀ ਨਾਲ ਸਮਝਾਉਣ ਵਾਸਤੇ ਕਰ ਸਕਦੇ ਹਾਂ। ਮੁਸ਼ਕਿਲ ਸਹਾਇਕ ਸਾਮਗਰੀ ਜੇ ਵਧੇਰੇ ਸਮਾਂ ਨਸ਼ਟ ਕਰੇ ਤਾਂ ਇਸ ਤੋਂ ਪਰਹੇਜ਼ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਹਾਇਕ ਸਾਮਗਰੀਆਂ ਨੇ, ਜਿਵੇਂ ਆਪਾਂ ਗੱਲ ਕਰਦੇ ਹਾਂ ਪ੍ਰੋਜੈਕਟਰ ਦੀ, ਤਾਂ ਹਰ ਇੱਕ ਪਰਸਨ ਜਿਹੜਾ ਆਬਜੈਕਟਰ ਨੂੰ ਸਹੀ ਤਰੀਕੇ ਨਾਲ ਜਿਹੜਾ ਮੈਨੇਜ ਨਹੀਂ ਕਰ ਸਕਦਾ। ਕਈ ਵਾਰੀ ਸਹਾਇਕ ਸਾਮਗਰੀਆਂ ਸਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਦਿੰਦੀਆਂ ਨੇ, ਸਾਡਾ ਜਿਹੜਾ ਸਮਾਂ ਉਹ ਜ਼ਿਆਦਾ ਖਰਾਬ ਕਰ ਦਿੰਦੀਆਂ ਨੇ। ਤਾਂ ਇਸ ਕਰਕੇ ਸਾਨੂੰ ਇਹੋ ਜਿਹੀਆਂ ਸਹਾਇਕ ਸਾਮਗਰੀਆਂ ਤੋਂ ਥੋੜਾ ਪਰਹੇਜ਼ ਕਰਕੇ ਚੱਲਣਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਮਾਨਸਿਕ ਪੱਧਰ ਦੇ ਅਨੁਸਾਰ ਅਸੀਂ ਕੋਈ ਵੀ ਜਿਹੜੀ ਟੀਚਿੰਗ ਐਡ ਹੈ ਯੂਜ਼ ਕਰਨੀ ਹੈ, ਤਾਂ ਹਰ ਇੱਕ ਟੀਚਿੰਗ ਐਡ ਨੂੰ ਯੂਜ਼ ਕਰਦੇ ਵਕਤ ਸਾਨੂੰ ਵਿਦਿਆਰਥੀਆਂ ਦੇ, ਸਾਨੂੰ ਬੱਚਿਆਂ ਦੇ ਜਿਹੜਾ ਮਾਨਸਿਕ ਪੱਧਰ ਦਾ ਖਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਬੱਚਿਆਂ ਦਾ ਜਿਹੜਾ ਮਾਨਸਿਕ ਪੱਧਰ ਉਦਾਂ ਦਾ ਨਹੀਂ ਹੁੰਦਾ ਜਿੱਦਾਂ ਦੀ ਕਿ ਅਸੀਂ ਉਹਨਾਂ ਦੇ ਸਾਹਮਣੇ ਕੋਈ ਟੀਚਿੰਗ ਐਡ ਰੱਖ ਦਿੰਦੇ ਹਾਂ, ਤਾਂ ਫਿਰ ਬੱਚੇ ਜਿਹੜੇ ਕਨਫਿਊਜ਼ ਹੁੰਦੇ ਨੇ। ਅਗਲੀ ਗੱਲ ਹੈ, ਇਸਤੇਮਾਲ ਕਰਨ ਤੋਂ ਪਹਿਲਾਂ ਸਹਾਇਕ ਸਾਮਗਰੀ ਦੀ ਪੜਤਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਸਾਡੇ ਵਿਸ਼ੇ ਨਾਲ ਚੰਗੇ ਤਰੀਕੇ ਨਾਲ ਮੇਲ ਖਾ ਰਹੀ ਹੈ ਕਿ ਨਹੀਂ ਖਾ ਰਹੀ। ਤਾਂ ਸਹਾਇਕ ਸਾਮਗਰੀ ਹੈ ਜਦੋਂ ਅਸੀਂ ਉਹਨੂੰ ਪੇਸ਼ ਕਰਨਾ ਕਿ ਉਹ ਠੀਕ ਤਰੀਕੇ ਨਾਲ ਚੱਲੇਗੀ ਜਾਂ ਨਹੀਂ ਚੱਲੇਗੀ। ਖਾਸ ਕਰਕੇ ਜਿਹੜੇ ਇਲੈਕਟ੍ਰੋਨਿਕਸ ਟੂਲ ਹੁੰਦੇ ਨੇ, ਜਿਹੜੇ ਬਿਜਲੀ ਦੇ ਉਪਕਰਨ ਹੁੰਦੇ ਨੇ, ਤਾਂ ਉਹਨਾਂ ਨੂੰ ਪਹਿਲਾਂ ਹੀ ਸਾਨੂੰ ਚਲਾ ਕੇ ਦੇਖ ਲੈਣਾ ਚਾਹੀਦਾ ਹੈ, ਤਾਂ ਜੋ ਕਲਾਸ ਵਿੱਚ ਲੈਕਚਰ ਦੇਣ ਦੇ ਸਮੇਂ ਕੋਈ ਜਿਹੜੀ ਸਮੱਸਿਆ ਉਹ ਨਾ ਖੜੀ ਹੋਵੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵਿਦਿਆਰਥੀਆਂ ਨੂੰ ਵੀ ਸਾਨੂੰ ਜਿਹੜੀਆਂ ਦੇਖਣ ਸੁਣਨ ਦੀਆਂ ਸਹਾਇਕ ਸਾਮਗਰੀਆਂ ਉਹਨਾਂ ਦੀ ਵਰਤੋਂ ਕਰਨੀ ਸਿਖਾ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਵਿਦਿਆਰਥੀ ਵੀ ਇਹਨਾਂ ਦੀ ਵਰਤੋਂ ਕਰਨ ਸਿੱਖ ਜਾਂਦਾ ਤਾਂ ਜਿਹੜੇ ਆਪਣਾ ਵੀ ਜਿਹੜਾ ਉਹਦਾ ਇੰਟਰਸਟ ਆ ਉਹ ਜ਼ਿਆਦਾ ਵੱਧ ਜਾਂਦਾ ਇਹਨਾਂ ਦੀਆਂ ਸਾਮਗਰੀਆਂ ਨੂੰ ਵਰਤਣ ਵਿੱਚ। ਤੇ ਅੱਗੇ ਹੈ ਅਧਿਆਪਕ ਸਹਾਇਕ ਸਾਮਗਰੀ ਦਾ ਪ੍ਰਭਾਵ ਸਮੇਂ-ਸਮੇਂ ਦੇਖਣਾ ਚਾਹੀਦਾ ਹੈ ਤਾਂ ਇਸ ਦੀ ਉਪਯੋਗਿਤਾ ਦਾ ਪਤਾ ਲੱਗ ਸਕੇ। ਹੁਣ ਇਦਾਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਡੇਲੀ ਲੈਕਚਰ ਵਿੱਚ ਇੱਕ ਜਿਹੜੀ ਟੀਚਿੰਗ ਐਡ ਉਹ ਵਰਤ ਰਹੇ ਹਾਂ, ਪਰ ਉਹਨਾਂ ਦਾ ਜਿਹੜਾ ਪ੍ਰਭਾਵ ਆ ਉਹ ਵਿਦਿਆਰਥੀਆਂ ਉੱਤੇ ਪੈ ਹੀ ਨਹੀਂ ਰਿਹਾ।
ਤਾਂ ਅਧਿਆਪਕ ਦਾ ਫਰਜ਼ ਬਣਦਾ ਕਿ ਉਹ ਸਮੇਂ-ਸਮੇਂ ਸਿਰ ਜਿਹੜੀਆਂ ਵੀ ਦੇਖਣ ਸੁਣਨ ਦੀਆਂ ਸਾਮੱਗਰੀਆਂ ਉਹ ਵਰਤ ਰਿਹਾ, ਉਹਦੀ ਉਪਯੋਗਿਤਾ ਕਿੰਨੀ ਕੁ ਹੋਈ ਹੈ, ਕਿੰਨਾ ਕੁ ਜਿਹੜਾ ਉਹਦਾ ਅਸਰ ਆ ਉਹ ਵਿਦਿਆਰਥੀਆਂ ਉੱਤੇ ਹੋ ਰਿਹਾ ਗਾ, ਇਸ ਗੱਲ ਦਾ ਅਧਿਆਪਕ ਨੂੰ ਸਮੇਂ-ਸਮੇਂ ਸਿਰ ਤੇ ਜਿਹੜਾ ਨਿਰੀਖਣ ਕਰ ਲੈਣਾ ਚਾਹੀਦਾ ਹੈ, ਤਾਂ ਜੋ ਜਿਹੜੀਆਂ ਅੱਗੇ ਉਹ ਪਲੈਨਿੰਗ ਹੁੰਦੀ ਆ ਟੀਚਿੰਗ ਐਡਸ ਨੂੰ ਵਰਤੋਂ ਕਰਨ ਦੀ, ਤਾਂ ਉਹ ਉਸੇ ਤਰੀਕੇ ਨਾਲ ਜਿਹੜੀਆਂ ਟੀਚਿੰਗ ਐਡ ਦੀ ਵਰਤੋਂ ਕਰ ਸਕੇ ਕਿ ਜਿਹੜੀ ਸਹਾਇਕ ਸਾਮੱਗਰੀ ਨਾਲ ਬੱਚਿਆਂ ਨੂੰ ਜ਼ਿਆਦਾ ਸਮਝ ਆ ਰਿਹਾ ਹੈ ਤੇ ਛੇਤੀ ਸਮਝ ਵਿੱਚ ਆ ਰਿਹਾ, ਤਾਂ ਅਧਿਆਪਕ ਨੂੰ ਚਾਹੀਦਾ ਕਿ ਉਹਨਾਂ ਹੀ ਸਹਾਇਕ ਸਾਮੱਗਰੀਆਂ ਦੀ ਜਿਹੜੀ ਵਰਤੋਂ ਉਹਨੂੰ ਜ਼ਿਆਦਾ ਕਰਨੀ ਚਾਹੀਦੀ ਹੈ, ਤਾਂ ਜਿਹੜਾ ਉਹ ਆਪਣੇ ਅਧਿਆਪਨ ਨੂੰ ਆਪਣੇ ਜਿਹੜਾ ਟੀਚਿੰਗ ਕਾਰਜ ਹੈਗਾ ਉਹਨੂੰ ਹੋਰ ਜ਼ਿਆਦਾ ਜਿਹੜਾ ਪ੍ਰਭਾਵਸ਼ਾਲੀ ਬਣਾ ਕੇ ਬੱਚਿਆਂ ਦੇ ਸਾਹਮਣੇ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰ ਸਕੇ, ਔਰ ਵਿਦਿਆਰਥੀਆਂ ਦਾ ਜਿਹੜਾ ਵਿਦਿਆਰਥੀਆਂ ਦੀ ਦਿਲਚਸਪੀ ਹੈ ਤੇ ਉਹਨਾਂ ਦਾ ਜਿਹੜਾ ਧਿਆਨ ਆ ਉਹ ਵਿਸ਼ੇ ਵਸਤੂ ਵੱਲ ਖਿੱਚ ਸਕੇ। ਤਾਂ ਇਹ ਜਿਹੜਾ ਅੱਜ ਦਾ ਆਪਣਾ ਟੌਪਿਕ ਸੀਗਾ ਪ੍ਰੋਪਰ ਯੂਜ਼ ਆਫ ਟੀਚਿੰਗ ਏਡਸ ਇਨ ਟੀਚਿੰਗ ਆਫ ਪੰਜਾਬੀ, ਕਿ ਜਿਹੜੀਆਂ ਵੀ ਦੇਖਣ ਸੁਣਨ ਦੀਆਂ ਸਾਮੱਗਰੀਆਂ ਨੇ ਤਾਂ ਪੰਜਾਬੀ ਅਧਿਆਪਨ ਵਿੱਚ ਅਸੀਂ ਉਹਨਾਂ ਦਾ ਸਹੀ ਤਰੀਕੇ ਨਾਲ ਜਿਹੜੀ ਉਹਨਾਂ ਦੀ ਵਰਤੋਂ ਉਹ ਕਿਵੇਂ ਕਰ ਸਕਦੇ ਹਾਂ। ਤਾਂ ਇਹ ਜਿਹੜਾ ਅੱਜ ਦਾ ਆਪਣਾ ਟੌਪਿਕ ਇਹ ਇੱਥੇ ਹੀ ਕੰਪਲੀਟ ਹੋ ਰਿਹਾ ਹੈਗਾ, ਤੇ ਅਸੀਂ ਜਿਹੜਾ ਆਡੀਓ ਵਿਜ਼ੂਅਲ ਏਡਸ ਦਾ ਜਿਹੜਾ ਟੋਟਲ ਟੌਪਿਕ ਤੇ ਉਹ ਕੰਪਲੀਟ ਕਰ ਲਿਆ ਹੈਗਾ, ਮੀਨਿੰਗ ਬਾਰੇ ਵੀ ਆਪਾਂ ਪੜ੍ਹ ਲਿਆ ਹੈਗਾ, ਤੇ ਇਹਦੀਆਂ ਜਿਹੜੀਆਂ ਨੀਡ ਐਂਡ ਇੰਪੋਰਟੈਂਸ ਉਹ ਤੇ ਵੀ ਵਿਚਾਰ ਕਰ ਲਿਆ। ਉਸ ਤੋਂ ਬਾਅਦ ਇਹਦੇ ਜਿਹੜਾ ਕਲਾਸੀਫਿਕੇਸ਼ਨ ਸੀ ਜਾਂ ਇਹਦੇ ਕਾਈਂਡਸ ਸੀਗੇ ਕਿ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਹੁੰਦੀਆਂ ਨੇ ਉਹ ਕਿੰਨੇ ਪ੍ਰਕਾਰ ਦੀਆਂ ਹੋ ਸਕਦੀਆਂ ਨੇ, ਉਹਦੇ ਬਾਰੇ ਵੀ ਆਪਾਂ ਗੱਲ ਕੀਤੀ। ਤੇ ਅੱਜ ਆਪਾਂ ਗੱਲ ਕੀਤੀ ਇਹਦਾ ਪ੍ਰੋਪਰ ਯੂਜ਼ ਦਾ, ਕਿ ਇੱਕ ਤਾਂ ਇਹਦਾ ਚੁਣਨ ਦਾ ਸਿਧਾਂਤ ਹੈਗਾ, ਇਹਦਾ ਜਿਹੜਾ ਚੁਣਾਵ ਹੈ ਟੀਚਿੰਗ ਏਡ ਕਲਾਸ ਵਿੱਚ ਲੈ ਕੇ ਜਾਣ ਤੋਂ ਪਹਿਲਾਂ ਕਿਸ ਤਰੀਕੇ ਦੀ ਹੋਣੀ ਚਾਹੀਦੀ ਆ, ਉਹਨੂੰ ਬੜੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਤੇ ਦੂਸਰਾ ਤਿਆਰੀ ਅਤੇ ਪੇਸ਼ਕਾਰੀ ਦਾ ਸਿਧਾਂਤ, ਕਿਉਂਕਿ ਜਦੋਂ ਅਧਿਆਪਕ ਕਲਾਸ ਵਿੱਚ ਜਾ ਕੇ ਕਿਸੇ ਟੀਚਿੰਗ ਏਡ ਦੀ ਵਰਤੋਂ ਕਰਦਾ ਤਾਂ ਉਹਦੀ ਜਿਹੜੀ ਕਿਸ ਤਰੀਕੇ ਨਾਲ ਵਰਤੋਂ ਕਰਨੀ ਹੈ, ਕਿਵੇਂ ਉਹਨੂੰ ਪੇਸ਼ ਕਰਨਾ, ਇਹਨਾਂ ਚੀਜ਼ਾਂ ਦਾ ਜਿਹੜਾ ਖਾਸ ਖਿਆਲ ਉਹ ਅਧਿਆਪਕ ਨੂੰ ਰੱਖਣਾ ਚਾਹੀਦਾ ਹੈ। ਤੇ ਅੱਜ ਜਿਹੜਾ ਆਪਣਾ ਟੌਪਿਕ ਸੀ ਇਹ ਇੱਥੇ ਕੰਪਲੀਟ ਹੋ ਗਿਆ, ਤਾਂ ਨੈਕਸਟ ਲੈਕਚਰ ਵਿੱਚ ਆਪਾਂ ਇੱਕ ਨਵਾਂ ਟੌਪਿਕ ਸ਼ੁਰੂ ਕਰਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ।